ਅੱਜ ਦੇ ਇਸ ਮੁਬਾਰਕ ਤੇ ਮੁਕੱਦਸ ਮੌਕੇ ਤਸ਼ਰੀਫ ਫਰਮਾ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ, ਮੁਖੀ ਜਵੱਦੀ ਟਕਸਾਲ, ਸਰਦਾਰ ਰਣਜੋਤ ਸਿੰਘ ਜੀ, ਸਰਦਾਰ ਚਰਨਜੀਤ ਸਿੰਘ ਜੀ, ਸਰਦਾਰ ਅਨੁਰਾਗ ਸਿੰਘ ਜੀ ਤੇ ਇਹ ਅੱਜ ਦੀ ਇਸ ਵਿਚਾਰ ਗੋਸ਼ਟੀ ਦੇ ਬੁਲਾਰੇ ਮੈਡਮ ਜਸਪ੍ਰੀਤ ਕੌਰ ਜੀ ਤੇ ਪ੍ਰੋਫੈਸਰ KTS ਰਾਓ ਜੀ ਤੇ ਅੱਜ ਦੇ ਇਸ ਸਮਾਗਮ ਦੀ ਰੌਣਕ ਨੂੰ ਉਚਿਆ ਰਹੇ ਸਾਰੇ ਹੀ ਸਤਿਕਾਰਿਤ ਮਹਿਮਾਨ ਤੇ ਸਾਡੇ ਦੇਸ਼ ਕੌਮ ਦੇ ਭਾਵੀ ਨਿਰਮਾਤਾ, ਸਾਡੇ ਨੌਜਵਾਨ ਪੁੱਤਰ ਤੇ ਮੇਰੀਆਂ ਸਤਿਕਾਰਿਤ ਭੈਣਾਂ ਜਿੰਨੇ ਵੀ ਅੱਜ ਇੱਥੇ ਅਸੀਂ ਤਸ਼ਰੀਫ ਫਰਮਾ ਹਾਂ, ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਵਿੱਚ ਸਮੇਂ ਨਾਲ ਕਦਮ ਮਿਲਾ ਕੇ ਤੁਰ ਲੈਣ ਨੂੰ ਅਸੀਂ ਵੱਡੀ ਪ੍ਰਾਪਤੀ ਮੰਨਦੇ ਹਾਂ, ਪਰ ਵਿਰਲੇ ਲੋਕ ਹੁੰਦੇ ਨੇ ਜਿਹੜੇ ਸਮੇਂ ਤੋਂ ਵੀ ਕਦਮ ਅੱਗੇ ਹੋ ਕੇ ਚੱਲਦੇ ਨੇ ਤੇ ਅਜਿਹੇ ਲੋਕ ਨਵੀਆਂ ਪੈੜਾਂ ਉਲੀਕਦੇ ਨੇ, ਨਵਾਂ ਇਤਿਹਾਸ ਸਿਰਜਦੇ ਨੇ। ਇਹ ਸ਼ਖਸੀਅਤਾਂ ਕੌਮ ਦੇ ਨਿਰਮਾਣ ਵਿੱਚ ਅਜ਼ੀਮ ਯੋਗਦਾਨ ਪਾਉਂਦੀਆਂ ਸਾਡੀਆਂ ਪਥ ਪ੍ਰਦਰਸ਼ਕ ਬਣਦੀਆਂ ਨੇ। ਇਹ ਹਸਤੀਆਂ ਕੌਮ ਦਾ ਸਰਮਾਇਆ ਹੁੰਦੀਆਂ ਨੇ। ਇਹ ਹਸਤੀਆਂ ਕੌਮ ਦਾ ਸਰਮਾਇਆ ਹੁੰਦੀਆਂ ਨੇ ਤੇ ਮਨੁੱਖਤਾ ਲਈ ਵਰਦਾਨ। ਇਹ ਵਿਰਾਸਤ ਦੀ ਧਰੋਹਰ ਹੁੰਦੀਆਂ ਨੇ ਤੇ ਭਵਿੱਖ ਦਾ ਉਜਾਲਾ ਵੀ। ਤੇ ਅਜਿਹੇ ਹੀ ਕਰਮਯੋਗੀ ਹਨ ਸੰਤ ਬਾਬਾ ਅਮੀਰ ਸਿੰਘ ਜੀ, ਜੋ ਕਿ ਜਨਮ ਤੋਂ ਹੀ ਗੁਰਮਤ ਮਰਿਆਦਾ ਤੇ ਗੁਰਸਿੱਖੀ ਦੀ ਗੁੜਤੀ ਆਪ ਜੀ ਨੂੰ ਮਿਲਣ ਸਦਕਾ ਛੋਟੀ ਉਮਰੇ ਆਪ ਜੀ ਨੇ ਆਪਣਾ ਜੀਵਨ ਗੁਰਮਤ ਪ੍ਰਚਾਰ ਦੇ ਲੇਖੇ ਲਾਉਣ ਦਾ ਸੰਕਲਪ ਕੀਤਾ। ਸ਼੍ਰੋਮਣੀ ਗੁਰਮਤ ਸੰਗੀਤ ਪ੍ਰਚਾਰਕ ਤੇ ਸ਼੍ਰੋਮਣੀ ਸੇਵਾ ਰਤਨ ਇਸ ਟਕਸਾਲ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਨਾਲ ਹੋਏ ਮੇਲ ਦੌਰਾਨ ਉਹਨਾਂ ਦੀ ਇਸ ਤਾਂਘ ਨੂੰ ਉਹਨਾਂ ਨੇ ਪਹਿਚਾਣਿਆ ਤੇ ਆਪ ਜੀ ਨੂੰ ਸਿੱਖ ਧਰਮ, ਇਤਿਹਾਸ, ਗੁਰਬਾਣੀ ਅਧਿਐਨ ਤੇ ਖੋਜ ਦੇ ਰਾਹ ਤੋਰਿਆ। ਉਹਨਾਂ ਦੀ ਰਹਿਨੁਮਾਈ ਹੇਠ ਹੀ ਆਪ ਜੀ ਨੇ ਇਸ ਸੰਸਥਾ ਦੇ ਵਿੱਚ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਣੀ ਆਰੰਭ ਕੀਤੀ ਤੇ ਉਸ ਸਮੇਂ ਤੋਂ ਆਪ ਜੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਇਸ ਸੇਵਾ ਨੂੰ ਬਾਖੂਬੀ ਅੱਜ ਵੀ ਇਸ ਟਕਸਾਲ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਗੁਰਮਤ ਸੰਗੀਤ, ਗੁਰਮਤ ਸਿਧਾਂਤਾਂ, ਤੰਤੀ ਸਾਜ਼ਾਂ ਦੀ ਵਿੱਦਿਆ ਵਿਦਿਆਰਥੀਆਂ ਨੂੰ ਦੇਣ ਤੋਂ ਇਲਾਵਾ ਸੰਤ ਬਾਬਾ ਸੁੱਚਾ ਸਿੰਘ ਜੀ ਦੀ 1991 ਤੋਂ ਸ਼ੁਰੂ ਕੀਤੀ ਅਦੁੱਤੀ ਗੁਰਮਤ ਸੰਗੀਤ ਸੰਮੇਲਨਾਂ ਦੀ ਲੜੀ ਨੂੰ ਆਪ ਨਿਰੰਤਰ ਜਾਰੀ ਹੀ ਨਹੀਂ ਰੱਖ ਰਹੇ, ਸਗੋਂ ਸਮੇਂ-ਸਮੇਂ ਨਾਮ ਅਭਿਆਸ ਕੈਂਪਾਂ, ਵਰਕਸ਼ਾਪਾਂ ਤੇ ਸੈਮੀਨਾਰਾਂ ਦਾ ਆਯੋਜਨ ਕਰਨਾ ਆਪ ਜੀ ਦੀ ਵੱਡੀ ਪ੍ਰਾਪਤੀ ਹੈ। ਅੱਜ ਦੀ ਇਹ ਵਿਚਾਰ ਚਰਚਾ ਇਸੇ ਲੜੀ ਦੀ ਅਗਲੀ ਕੜੀ ਹੈ। ਸੰਸਥਾ ਨਾਲ ਜੁੜੀਆਂ ਸਾਰੀਆਂ ਧਿਰਾਂ ਮੁਬਾਰਕ ਦੀਆਂ ਹੱਕਦਾਰ ਨੇ ਕਿ ਇਹ ਵਰ੍ਹਾ ਜੋ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਨੂੰ ਸਮਰਪਿਤ ਅਸੀਂ ਮਨਾ ਰਹੇ ਹਾਂ। ਵਿਸ਼ਵ ਭਰ ਵਿੱਚ ਵਸਦੇ ਸਿੱਖ ਪੰਥੀ ਤੇ ਨਾਨਕ ਨਾਮ ਲੇਵਾ ਸੰਗਤ ਇਸ ਵਰ੍ਹੇ ਨੂੰ ਉਚੇਚੇ ਤੌਰ ਤੇ ਮਨਾ ਰਹੀ ਹੈ। ਮਾਣ ਵਾਲੀ ਗੱਲ ਹੈ ਕਿ ਗੁਰਦੁਆਰਾ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵੱਲੋਂ ਆਰੰਭੇ ਯਤਨਾਂ ਸਦਕਾ ਸੰਤ ਬਾਬਾ ਅਮੀਰ ਸਿੰਘ ਜੀ ਦੀ ਨਿਰਦੇਸ਼ਨਾ ਹੇਠ ਅੱਜ ਇਸ 8ਵੀਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਪਾਂ ਸਾਰੇ ਰਲ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਨਤਮਸਤਕ ਹੁੰਦਿਆਂ ਉਹਨਾਂ ਦੇ ਜੀਵਨ ਸਿੱਖਿਆਵਾਂ ਸੰਬੰਧੀ ਵਿਚਾਰ ਕਰਦਿਆਂ ਸਮਾਜ ਤੇ ਧਰਮ ਨੂੰ ਉਹਨਾਂ ਦੀ ਅਦੁੱਤੀ ਦੇਣ ਨੂੰ ਸਜਦਾ ਕਰਨ ਹਿੱਤ ਇਕੱਤਰ ਹੋਏ ਹਾਂ। ਮੈਂ ਸਿੱਖ ਧਰਮ, ਸਿੱਖ ਇਤਿਹਾਸ ਵਿੱਚ ਔਰਤ ਦਾ ਸਥਾਨ ਵਿਸ਼ੇ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਆਪ ਸਭ ਨਾਲ ਪਾਉਣ ਦਾ ਇੱਕ ਨਿਮਾਣਾ ਜਿਹਾ ਯਤਨ ਕਰ ਰਹੀ ਹਾਂ। ਗੁਰੂ ਨਾਨਕ ਦੇਵ ਜੀ ਨਾ ਕੇਵਲ ਇੱਕ ਮਹਾਨ ਚਿੰਤਕ, ਨਿਡਰ ਸਮਾਜ ਸੁਧਾਰਕ, ਸੁਹਿਰਦ ਉਪਦੇਸ਼ਕ, ਅਧਿਆਤਮਕ ਗੁਰੂ ਸਨ, ਸਗੋਂ ਇੱਕ ਵਿਦਰੋਹੀ ਪੁਰਸ਼ ਤੇ ਉਤਕ੍ਰਿਸ਼ਟ ਕਵੀ ਵੀ ਸਨ। ਗੁਰੂ ਜੀ ਦੇ ਸੰਸਾਰ ਆਗਮਨ ਸਮੇਂ ਸਾਡੇ ਦੇਸ਼ ਦਾ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਰਾਜਨੀਤਿਕ ਢਾਂਚਾ ਉਥਲ-ਪੁਥਲ ਹੋ ਚੁੱਕਾ ਸੀ। ਧਰਮ ਦੀ ਥਾਂ ਪਖੰਡ ਦੀ ਪ੍ਰਧਾਨਤਾ ਸੀ। ਭੈੜੀਆਂ ਰਸਮਾਂ ਤੇ ਕੁਰੀਤੀਆਂ ਧਰਮ ਦਾ ਹਿੱਸਾ ਬਣ ਚੁੱਕੀਆਂ ਸਨ। ਲੋਕਾਂ ਦੀ ਆਰਥਿਕ ਦਸ਼ਾ ਡਾਵਾਂਡੋਲ ਸੀ ਤੇ ਸ਼ਖਸੀ ਆਜ਼ਾਦੀ ਖਤਰੇ ਵਿੱਚ ਸੀ। ਹਾਕਮ ਸ਼੍ਰੇਣੀ ਜਨਤਾ ਤੇ ਅੰਨ੍ਹੇਵਾਹ ਜ਼ੁਲਮ ਕਰ ਰਹੀ ਸੀ। ਆਮ ਲੋਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਤੇ ਔਰਤ ਦੀ ਇਸ ਤੋਂ ਵੀ ਮੰਦੀ। ਅਜਿਹੇ ਸਮੇਂ ਵਿੱਚ ਗੁਰੂ ਸਾਹਿਬ ਨੇ ਜਗਤ ਜਲੰਦੇ ਨੂੰ ਤਾਰਨ ਲਈ, ਲੋਕਾਈ ਨੂੰ ਸੋਧਣ ਲਈ ਨਾਮ ਜਪਣ,
ਕਿਰਤ ਕਰਨ ਤੇ ਵੰਡ ਛਕਣ ਦੇ ਨੈਤਿਕ ਮੁੱਲਾਂ ਦਾ ਸੰਦੇਸ਼ ਦਿੱਤਾ। ਪ੍ਰਚਲਿਤ ਕਰਮ ਕਾਂਡਾਂ ਨੂੰ ਨਕਾਰ ਕੇ ਸਰਮ ਧਰਮ ਦੀ ਕਮਾਈ ਦਾ ਪਾਠ ਪੜਾਇਆ। ਇੱਕ ਵਿਲੱਖਣ ਵਿਹਾਰਕ ਤੇ ਵਿਗਿਆਨਕ ਧਰਮ ਦੀ ਨੀਂਹ ਰੱਖੀ। ਬਾਬਰ ਵਰਗੇ ਬਾਦਸ਼ਾਹ ਦੀ ਫੌਜ ਨੂੰ ਪਾਪ ਦੀ ਜੰਜ ਆਖ ਮਜਲੂਮਾਂ, ਨਿਮਾਣੇ ਤੇ ਨਿਤਾਣਿਆਂ ਦਾ ਪੱਖ ਪੂਰਨ ਵਾਲੀਆਂ ਇਨਕਲਾਬੀ ਜੀਵੰਤ ਰੂਹਾਂ ਦੀ ਕੌਮ ਉਸਾਰਨ ਦਾ ਬੀੜਾ ਚੁੱਕਿਆ। ਗੁਰੂ ਨਾਨਕ ਦੀ ਦਿੱਤੀ ਇਸ ਜੀਵਨ ਜਾਚ ਤੇ ਬਾਕੀ ਗੁਰੂ ਸਾਹਿਬਾਨ ਨੇ ਡਟ ਕੇ ਪਹਿਰਾ ਦਿੱਤਾ ਤੇ ਸਿੱਖ ਧਰਮ ਦੇ ਪੈਰੋਕਾਰਾਂ ਨੇ ਵੀ ਇਹਨਾਂ ਸਿਧਾਂਤਾਂ ਤੇ ਚੱਲਦਿਆਂ ਵਕਤ ਦੀਆਂ ਸਰਕਾਰਾਂ ਨਾਲ ਟੱਕਰ ਲੈਂਦਿਆਂ ਮਗਦੇ ਕੋਲਿਆਂ ਦਾ ਸਫ਼ਰ ਤੈਅ ਕਰਕੇ ਕੁੰਦਨ ਹੋਣ ਦਾ ਪ੍ਰਮਾਣ ਦਿੱਤਾ। ਇਸੇ ਕਰਕੇ ਸਿੱਖ ਧਰਮ, ਸਿੱਖ ਇਤਿਹਾਸ, ਸਿੱਖ ਵਿਰਾਸਤ ਤੇ ਸਿੱਖ ਕੌਮ ਦੀ ਵਿਸ਼ਵ ਭਰ ਅੰਦਰ ਵੱਖਰੀ ਪ੍ਰਤੀਤ ਹੈ, ਨਵੇਕਲੀ ਪਛਾਣ ਹੈ। ਸਾਡੇ ਇਤਿਹਾਸ ਦੇ ਗੌਰਵਮਈ ਪੰਨੇ ਅੱਜ ਵੀ ਇਸ ਦੀ ਗਵਾਹੀ ਭਰਦੇ ਹਨ। ਧਰਮ ਇੱਕ ਅਜਿਹੀ ਅਧਿਆਤਮਕ ਭਾਵਨਾ ਹੈ ਜੋ ਆਤਮਾ ਨੂੰ ਪਰਮਾਤਮਾ ਦੇ ਨੇੜੇ ਹੋਣ ਦੀ ਪ੍ਰੇਰਨਾ ਦਿੰਦੀ ਹੈ। ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਦੋ ਮੁੱਖ ਧਰਮ ਪ੍ਰਚਲਿਤ ਸਨ, ਇੱਕ ਸਨਾਤਨ ਮਤ ਭਾਵ ਹਿੰਦੂ ਤੇ ਦੂਸਰਾ ਇਸਲਾਮ। ਜੇ ਉਸ ਸਮੇਂ ਦੇ ਸਮਾਜ ਵਿੱਚ ਇਸਤਰੀ ਦੀ ਸਥਿਤੀ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੋਹਾਂ ਧਰਮਾਂ ਵਿੱਚ ਸਧਾਰਨ ਔਰਤ ਨੂੰ ਇੱਕ ਵਸਤੂ ਤੋਂ ਵੱਧ ਕੁਝ ਨਹੀਂ ਸੀ ਸਮਝਿਆ ਜਾਂਦਾ। ਧਰਮ ਜਿਸ ਦਾ ਮੁੱਖ ਸਿਧਾਂਤ ਹੀ ਮਨੁੱਖ ਦੇ ਆਤਮ ਸਨਮਾਨ ਨੂੰ ਸਥਾਪਿਤ ਕਰਨਾ ਹੁੰਦਾ ਹੈ, ਨੇ ਔਰਤ ਨੂੰ ਤਿਰਸਕਾਰਨ ਦੀ ਨੀਤੀ ਧਾਰਨ ਕੀਤੀ। ਭਾਰਤੀ ਸੱਭਿਆਚਾਰ ਦੀ ਪ੍ਰਾਚੀਨਤਮ ਮਨੋਵਾਦੀ ਵਿਚਾਰਧਾਰਾ ਅਨੁਸਾਰ ਔਰਤ ਨੂੰ ਸਮਾਜ ਵਿੱਚ ਸ਼ੂਦਰ ਦੇ ਬਰਾਬਰ ਮੰਨਿਆ ਗਿਆ। ਜੇ ਕਿਸੇ ਵੀ ਤਰ੍ਹਾਂ ਉਹ ਔਰਤ ਕਿਸੇ ਵੀ ਤਰ੍ਹਾਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰ ਵਿੱਚ ਯੋਗਦਾਨ ਪਾਉਣ ਦੇ ਅਸਮਰੱਥ ਸੀ। ਉਸ ਨੂੰ ਕੁਲੱਛਣੀ, ਉਲਟਾ ਕਹਿ ਕੇ ਅਪਮਾਨਿਤ ਕੀਤਾ ਗਿਆ। ਭਾਈ ਕਾਨ ਸਿੰਘ ਨਾਭਾ ਨੇ ਮਨੂ ਸਿਮਰਤੀ ਅਨੁਸਾਰ ਨਾਰੀ ਦੇ ਅਰਥ ਕਰਦਿਆਂ ਮਹਾਨ ਕੋਸ਼ ਵਿੱਚ ਦਰਜ ਕੀਤਾ ਹੈ ਕਿ ਇਸਤਰੀਆਂ ਦੇ ਸੰਸਕਾਰ ਵੇਦਾਂ ਮੰਤਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨਣਾ, ਵੇਦ ਮੰਤਰਾਂ ਦੇ ਅਧਿਕਾਰ ਤੋਂ ਵਾਂਝੀਆਂ ਤੇ ਝੂਠ ਦੀ ਮੂਰਤ ਹਨ। ਨਾਲ ਹੀ ਉਹ ਫਾਰਸੀ ਸ਼ਬਦ ਔਰਤ ਦੇ ਅਰਥ ਕਰਦੇ ਹਨ, ਉਹ ਚੀਜ਼ ਜੋ ਛੁਪਾਉਣ ਦੇ ਲਾਇਕ ਹੋਵੇ। ਹਿੰਦੂ ਧਰਮ ਦੇ ਰਾਮਾਇਣ ਵਰਗੇ ਪਵਿੱਤਰ ਗ੍ਰੰਥ ਵਿੱਚ ਤੁਲਸੀਦਾਸ ਨੇ ਔਰਤ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਹੈ। ਔਰਤ ਨੂੰ ਪਾਠ ਪੂਜਾ ਕਰਨ ਜਾਂ ਮੰਦਰਾਂ ਵਿੱਚ ਜਾਣ ਦੀ ਕੋਈ ਅਧਿਕਾਰ ਨਹੀਂ ਸੀ। ਰਾਮਾਨੁਜ ਸ਼ੰਕਰ ਦੇਵ ਇਸਤਰੀ ਨੂੰ ਵੈਸ਼ਨਵ ਧਰਮ ਵਿੱਚ ਦਾਖਲ ਹੀ ਨਹੀਂ ਸਨ ਕਰਦੇ। ਦੇਸ਼ ਭਰ ਦੇ ਕਈ ਵੱਡੇ ਵੱਡੇ ਮੰਦਰਾਂ ਵਿੱਚ ਤਾਂ ਅੱਜ ਵੀ ਔਰਤਾਂ ਦੇ ਜਾਣ ਦੀ ਮਨਾਹੀ ਉਸੇ ਤਰ੍ਹਾਂ ਕਾਇਮ ਹੈ। ਔਰਤ ਨੂੰ ਪਰਦੇ ਵਿੱਚ ਰੱਖਿਆ ਜਾਣ ਕਰਕੇ ਘੁੰਡ ਕੱਢਣ ਦਾ ਰਿਵਾਜ ਪੈਦਾ ਹੋਇਆ। ਇਸਲਾਮ ਧਰਮ ਵਿੱਚ ਦੋ ਔਰਤਾਂ ਦੀ ਗਵਾਹੀ ਇੱਕ ਮਰਦ ਦੀ ਗਵਾਹੀ ਦੇ ਬਰਾਬਰ ਮੰਨੀ ਜਾਂਦੀ। ਇਸਲਾਮ ਧਰਮ ਵਿੱਚ ਔਰਤ ਲਈ ਬੁਰਕਾ ਪਹਿਨਣਾ ਵੀ ਲਾਜ਼ਮੀ ਸੀ। ਅੱਜ ਵੀ ਮੁਸਲਿਮ ਔਰਤਾਂ ਕਿਸੇ ਮਸਜਿਦ ਵਿੱਚ ਮਰਦਾਂ ਦੇ ਸਾਹਮਣੇ ਬੈਠ ਕੇ ਧਾਰਮਿਕ ਪ੍ਰਵਚਨ ਨਹੀਂ ਸੁਣ ਸਕਦੀਆਂ, ਸਗੋਂ ਉਹਨਾਂ ਨੂੰ ਪਰਦਾ ਕਰਕੇ ਉੱਲੇ ਬਿਠਾਇਆ ਜਾਂਦਾ ਹੈ। ਉਸ ਸਮੇਂ ਸਮੁੱਚਾ ਸਮਾਜ ਔਰਤ ਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਸੀ। ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਤੇ ਉਹ ਗੁਲਾਮੀ ਵਾਲਾ ਜੀਵਨ ਬਤੀਤ ਕਰਦੀ। ਜਦ ਕਿਸੇ ਮਰਦ ਦਾ ਇੱਕ ਔਰਤ ਤੋਂ ਮਨ ਭਰ ਜਾਂਦਾ ਤਾਂ ਉਹ ਜਦੋਂ ਮਰਜ਼ੀ ਦੂਜਾ ਵਿਆਹ ਕਰਵਾ ਲੈਂਦਾ, ਪਰ ਇਸ ਦੇ ਉਲਟ ਕਿਸੇ ਵੀ ਔਰਤ ਨੂੰ ਪਤੀ ਦੀ ਮੌਤ ਹੋਣ ਦੇ ਬਾਅਦ ਵੀ ਦੂਸਰਾ ਵਿਆਹ ਕਰਨ ਦੀ ਆਗਿਆ ਸਮਾਜ ਨਾ ਦਿੰਦਾ। ਉਸ ਨੂੰ ਜਿਉਂਦੇ ਜੀ ਪਤੀ ਦੀ ਚਿਤਾ ਵਿੱਚ ਸੜ ਕੇ ਸਤੀ ਹੋਣਾ ਪੈਂਦਾ। ਜੈਨ ਧਰਮ ਨੇ ਆਪਣੇ ਪ੍ਰਭਾਵ ਅਧੀਨ ਵੈਦਿਕ ਪਰੰਪਰਾ ਦਾ ਖੰਡਨ ਤਾਂ ਜ਼ਰੂਰ ਕੀਤਾ, ਪਰ ਇਸਤਰੀ ਜਾਤੀ ਦੇ ਸੁਧਾਰ ਲਈ ਕੋਈ ਵਿਸ਼ੇਸ਼ ਯਤਨ ਨਾ ਕੀਤੇ। ਇੱਥੋਂ ਤੱਕ ਕਿ ਔਰਤ ਨੂੰ ਮੁਕਤੀ ਦੀ ਅਧਿਕਾਰੀ ਵੀ ਪ੍ਰਵਾਨ ਨਾ ਕੀਤਾ। ਬੁੱਧ ਧਰਮ ਨੇ ਵੀ ਪ੍ਰਚਲਿਤ ਸਨਾਤਨੀ ਪ੍ਰਬੰਧਾਂ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਮਨੁੱਖਤਾ ਦੀ ਬੰਦ ਖਲਾਸੀ ਦਾ ਰਾਜ਼ ਜ਼ਰੂਰ ਖੋਲਿਆ, ਪਰ ਔਰਤ ਦੇ ਸਮਾਜ ਵਿੱਚ ਯੋਗ ਸਥਾਨ ਲਈ ਇਸ ਧਰਮ ਦੇ ਪ੍ਰਚਾਰਕਾਂ ਦਾ ਯੋਗਦਾਨ ਵੀ ਨਿਰਾਸ਼ਾਜਨਕ ਹੀ ਰਿਹਾ। ਅਸਲ ਵਿੱਚ ਧਰਮ ਦੀ ਸਮਾਜ ਉੱਤੇ ਬਹੁਤ ਗੂੜੀ ਛਾਪ ਹੁੰਦੀ ਹੈ। ਧਰਮ ਹੀ ਸਮਾਜ ਨੂੰ ਸਹੀ ਸੇਧ ਦਿੰਦਾ ਹੈ, ਜਨ ਸਧਾਰਨ ਦੀ ਅਗਵਾਈ ਕਰਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਨਾ ਸਿਰਫ ਇਸ ਨੂੰ ਸਮਝਿਆ, ਸਗੋਂ ਬਾਖੂਬੀ ਨਿਭਾਉਂਦਿਆਂ ਆਪਣਾ ਫਰਜ਼ ਪੂਰਾ ਕੀਤਾ। ਅਜਿਹੇ ਸਮੇਂ ਉਹ ਔਰਤ ਜ਼ਾਤ ਲਈ ਇੱਕ ਵਰਦਾਨ ਬਣ ਕੇ ਬੌੜੇ, ਇੱਕ ਮਸੀਹਾ ਬਣ ਕੇ ਪਹੁੰਚੇ।
ਉਹਨਾਂ ਸਿੱਖ ਧਰਮ ਦੀ ਨੀਂਹ ਔਰਤ ਮਰਦ ਦੀ ਬਰਾਬਰਤਾ ਤੇ ਰੱਖਦਿਆਂ ਇਸਤਰੀ ਜਾਤੀ ਨੂੰ ਸਮਾਜਿਕ ਪਰਿਪੇਖ ਵਿੱਚ ਧਾਰਮਿਕ ਤੌਰ ਤੇ ਵਡਿਆਈ ਦਿੱਤੀ। ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਧਰਮ ਤੇ ਸਮਾਜ ਦੇ ਠੇਕੇਦਾਰਾਂ ਨੂੰ ਸਵਾਲ ਕੀਤਾ। ਭੰਡ ਜੰਮੀਏ ਭੰਡ ਨਿਮੀਏ, ਭੰਡ ਮੰਗਣ ਵਿਆਓ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸ ਤਰ੍ਹਾਂ ਸਮਾਜ ਨੂੰ ਹਿਲਾਉਂਦੇ ਹੋਏ ਜ਼ੋਰਦਾਰ ਸ਼ਬਦਾਂ ਵਿੱਚ ਇਸਤਰੀ ਦੇ ਹੱਕ ਵਿੱਚ ਆਪ ਆਵਾਜ਼ ਉਠਾਉਂਦੇ ਹਨ। ਐਨਸਾਈਕਲੋਪੀਡੀਆ ਆਫ ਸਿੱਖ ਰਿਲੀਜਨ ਵਿੱਚ ਵੀ ਦਰਜ ਹੈ ਕਿ ਸਿੱਖ ਇਸਤਰੀਆਂ ਵਿਹਾਰ ਤੇ ਬੌਧਿਕ ਪੱਧਰ ਤੇ ਮਰਦ ਦੇ ਬਰਾਬਰ ਹਨ। ਇਸਤਰੀ ਮੁਕਤੀ ਦਾ ਇਹ ਮਾਰਗ ਹੈ। ਸਿੱਖ ਧਰਮ ਇਸਤਰੀ ਮਰਦ ਨੂੰ ਬਰਾਬਰ ਧਾਰਮਿਕ ਤੇ ਆਤਮਿਕ ਅਧਿਕਾਰ ਦਿੰਦਾ ਹੈ। ਸਿੱਖ ਧਰਮ ਵਿੱਚ ਔਰਤ ਦੇ ਸਥਾਨ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਮੈਂ ਉਹਨਾਂ ਸੰਬੋਧਨਾਂ ਦਾ ਉਲੇਖ ਕਰਨਾ ਚਾਹਾਂਗੀ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਔਰਤ ਨੂੰ ਉਚਿਆਉਣ ਵਾਸਤੇ ਕਹੇ ਗਏ ਹਨ। ਭਗਤ ਨਾਮਦੇਵ ਜੀ ਆਪਣੀ ਪਤਨੀ ਨੂੰ ਘਰ ਦੀ ਗਹਿਣ ਕਹਿਣਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਰਜਾਤ ਕਰ ਆਂਗਨ ਮੇਰੇ ਆਖਣਾ ਤੇ ਬਲਵੰਤ ਜੀ ਦਾ ਰਾਮਕਲੀ ਦੀ ਵਾਰ ਵਿੱਚ ਮਾਤਾ ਖੀਵੀ ਜੀ ਨੂੰ ਨੇਕ ਜਨ ਬੁਲਾਉਣਾ ਔਰਤ ਦੀ ਵਡਿਆਈ ਵਾਸਤੇ ਵਰਤੇ ਸੰਬੋਧਨ ਹਨ ਜੋ ਸਿੱਖ ਪਰਿਵਾਰਾਂ ਵਿੱਚ ਔਰਤ ਦੇ ਰੁਤਬੇ ਨੂੰ ਦਰਸਾਉਂਦੇ ਹਨ। ਗੁਰਮਤਿ ਅਨੁਸਾਰ ਔਰਤ ਉਹ ਹੈ ਜਿਸ ਵਿੱਚ ਚੱਜ ਹੈ, ਆਚਾਰ ਹੈ। ਉਹ ਸੋਚ ਹੈ ਜਿਹੜੀ ਆਤਮਿਕ ਹੁਲਾਰਾ ਦੇਣ ਦੀ ਤਾਕਤ ਰੱਖਦੀ ਹੈ। ਪਦਾਰਥਾਂ ਦੇ ਲੋਭ ਵਿੱਚ ਗ੍ਰਸੀ ਮੰਦੇ ਕਰਮ ਕਰਦੀ ਇਸਤਰੀ ਕੁਚੱਜੀ ਹੈ, ਕੁਨਾਰ ਹੈ, ਜਿਸ ਨੂੰ ਗਰਭ ਗਹੇਲੜੀ, ਹਰਨਾਖੀ ਤੇ ਦੁਹਾਗਣ ਵੀ ਕਿਹਾ ਗਿਆ ਹੈ। ਸੀਲ, ਸੁਚ, ਸੰਜਮ, ਸੇਵਾ, ਪਿਆਰ, ਪਰਉਪਕਾਰਤਾ, ਸਹਿਨਸ਼ੀਲਤਾ ਤੇ ਮਮਤਾ ਜਿਹੇ ਦੇਵੀ ਗੁਣਾਂ ਤੋਂ ਵਾਂਝੀ ਔਰਤ ਸਤਿਕਾਰ ਦਾ ਪਾਤਰ ਨਹੀਂ ਹੋ ਸਕਦੀ। ਗੁਰੂ ਸਾਹਿਬਾਨ ਨੇ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਔਰਤ ਨੂੰ ਮੰਨਿਆ ਹੈ। ਗੁਰਮਤਿ ਅਨੁਸਾਰ ਔਰਤ ਮਰਦ ਦੀ ਕਮਜ਼ੋਰੀ ਨਹੀਂ, ਉਸ ਦੀ ਤਾਕਤ ਹੈ, ਹਿੰਮਤ ਹੈ। ਸਿੱਖ ਧਰਮ ਵਿੱਚ ਗ੍ਰਸਥ ਨੂੰ ਵਡਿਆਇਆ ਗਿਆ ਹੈ। ਕਿਧਰੇ ਵੀ ਔਰਤ ਜਾਂ ਗ੍ਰਸਥ ਨੂੰ ਤਿਆਗ ਕੇ ਭਗਤੀ ਕਰਨ ਦੀ ਗੱਲ ਨਹੀਂ ਕੀਤੀ ਗਈ। ਔਰਤ ਦੇ ਸਮਾਜ ਵਿੱਚ ਵਿਚਰਦੇ ਹਰ ਰੂਪ ਧੀ, ਪਤਨੀ, ਮਾਂ ਨੂੰ ਪੂਰਾ ਮਾਣ ਸਤਿਕਾਰ ਮਿਲਿਆ ਹੈ। ਗੁਰੂ ਨਾਨਕ ਦੇਵ ਜੀ ਆਪਣੇ ਮਾਤਾ ਤ੍ਰਿਪਤਾ ਜੀ ਦਾ ਪੂਰਾ ਆਦਰ ਸਨਮਾਨ ਕਰਦੇ ਸਨ। 8 ਕੁ ਸਾਲ ਦੀ ਉਮਰ ਵਿੱਚ ਜਦ ਹਿੰਦੂ ਧਰਮ ਅਨੁਸਾਰ ਆਪ ਜੀ ਨੂੰ ਜਨੇਊ ਪਾਉਣ ਲਈ ਪੰਡਿਤ ਨੂੰ ਬੁਲਾਇਆ ਗਿਆ ਤਾਂ ਆਪ ਜੀ ਨੇ ਪਹਿਲਾ ਸਵਾਲ ਕੀਤਾ ਸੀ, ਮੇਰੀ ਵੱਡੀ ਭੈਣ ਬੇਬੇ ਨਾਨਕੀ ਦੇ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ। ਅਸਲ ਵਿੱਚ ਆਪ ਜੀ ਦਾ ਇਹ ਸਵਾਲ ਔਰਤ ਦੀ ਬਰਾਬਰੀ ਲਈ ਚੁੱਕਿਆ ਗਿਆ ਪਹਿਲਾ ਕਦਮ ਸੀ। ਬੇਬੇ ਨਾਨਕੀ ਦਾ ਸਤਿਕਾਰ ਆਪਣੇ ਪੇਕੇ ਘਰ ਵਿੱਚ ਹੀ ਨਹੀਂ ਸਗੋਂ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਸੀ। ਉਹਨਾਂ ਦੇ ਪਤੀ ਜੈ ਰਾਮ ਜੀ ਹਰ ਕੰਮ ਵਿੱਚ ਉਹਨਾਂ ਦੀ ਸਲਾਹ ਲੈਂਦੇ। ਗੁਰੂ ਨਾਨਕ ਦੇਵ ਜੀ ਵੀ ਭੈਣ ਦੀ ਆਖੀ ਕੋਈ ਗੱਲ ਨਾ ਮੋੜਦੇ। ਜਦੋਂ ਬੇਬੇ ਨਾਨਕੀ ਨੇ ਗੁਰੂ ਜੀ ਨੂੰ ਸੁਲਤਾਨਪੁਰ ਜਾਣ ਲਈ ਕਿਹਾ ਤਾਂ ਉਹ ਨਾ ਕਰ ਸਕੇ। ਭੈਣ ਦੇ ਕਹਿਣ ਤੇ ਮੋਦੀਖਾਨੇ ਦੀ ਨੌਕਰੀ ਵੀ ਕੀਤੀ। ਇਸ ਤੋਂ ਪਿੱਛੋਂ ਜਦੋਂ ਗੁਰੂ ਸਾਹਿਬ ਉਦਾਸੀਆਂ ਤੇ ਗਏ ਤਾਂ ਭੈਣ ਬੇਬੇ ਨਾਨਕੀ ਨੂੰ ਮਾਤਾ ਸੁਲੱਖਣੀ ਤੇ ਬੱਚਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਵੀ ਸੌਂਪ ਕੇ ਗਏ। ਭੈਣ ਨਾਨਕੀ ਨੇ ਇਹ ਜ਼ਿੰਮੇਵਾਰੀ ਬਰਾਬਰ ਦੀ ਧਿਰ ਬਣ ਕੇ ਨਿਭਾਈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ ਬੇਬੇ ਨਾਨਕੀ ਬਾਰੇ ਲਿਖਦੇ ਹਨ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸੀ। ਇਹ ਸਮਾਜ ਵਿੱਚ ਔਰਤ ਦੇ ਸਤਿਕਾਰ ਨੂੰ ਹੀ ਪ੍ਰਗਟਾਉਂਦਾ ਹੈ। ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਮਹਿਲ ਮਾਤਾ ਖੀਵੀ ਜੀ ਨੂੰ ਖਡੂਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਦਾ ਇੰਚਾਰਜ ਥਾਪਿਆ। ਸੰਗਤ ਵੱਲੋਂ ਜੋ ਮਾਣ ਸਤਿਕਾਰ ਉਹਨਾਂ ਨੂੰ ਮਿਲਿਆ ਉਹ ਆਪਣੇ ਆਪ ਵਿੱਚ ਔਰਤ ਦੇ ਸਨਮਾਨ ਦੀ ਅਦੁੱਤੀ ਮਿਸਾਲ ਹੈ। ਮਾਤਾ ਖੀਵੀ ਜੀ ਨਾਮ ਸਿਮਰਨ ਦੇ ਰੰਗ ਵਿੱਚ ਰੰਗੀ ਹੋਈ ਐਸੀ ਰੂਹ ਸਨ ਕਿ ਉਹ ਦੂਰੋਂ ਨੇੜਿਓਂ ਆਈ ਸੰਗਤ ਦੀ ਸੇਵਾ ਕਰਨ ਵਿੱਚ ਕੋਈ ਕਮੀ ਨਾ ਰਹਿਣ ਦਿੰਦੇ। ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਔਰਤ ਦੀ ਸਥਿਤੀ ਸੁਧਾਰਨ ਲਈ ਵਰਣਨਯੋਗ ਕਦਮ ਚੁੱਕੇ। ਉਸ ਸਮੇਂ ਦੇ ਸਮਾਜ ਦੇ ਮੱਥੇ ਦਾ ਕਲੰਕ ਬਣ ਚੁੱਕੀ ਸਤੀ ਪ੍ਰਥਾ ਦਾ ਵਿਰੋਧ ਕਰਦਿਆਂ ਆਪ ਜੀ ਨੇ ਫਰਮਾਇਆ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲਗ ਚਲਨ, ਨਾਨਕ ਸਤੀਆਂ ਜਾਣੀਆਂ ਜੋ ਬਿਰਹਾ ਚੋਟ ਮਰਨ। ਗੁਰੂ ਸਾਹਿਬ ਨੇ ਬਾਦਸ਼ਾਹ ਅਕਬਰ ਨੂੰ ਕਹਿ ਕੇ ਸਤੀ ਪ੍ਰਥਾ ਖਤਮ ਕਰਨ ਲਈ ਕਾਨੂੰਨ ਵੀ ਬਣਵਾਇਆ। ਗੁਰੂ ਜੀ ਨੇ ਵਿਧਵਾ ਵਿਆਹ ਦੀ ਰੀਤ ਸ਼ੁਰੂ ਕਰਦਿਆਂ ਕਿਹਾ ਕਿ ਜੇ ਮਰਦ ਦੂਸਰਾ ਵਿਆਹ ਕਰਵਾ ਸਕਦਾ ਹੈ ਤਾਂ ਔਰਤ ਕਿਉਂ ਨਹੀਂ।
समाज विच परदे की रस्म प्रचलित होने सदका बीबियां संगत विच घुंड कढ़ के आउंदियां परदे की रस्म नूं खत्म करन लई उन्हां कहा कि संगत विच कोई इस्त्री परदा करके ना आवे। गुरु साहब ने सिੱਖੀ ਦੇ प्रचार ਤੇ प्रसार ਲਈ 22 ਮੰਜੀਆਂ ਦੀ ਥਾਪਨਾ ਕੀਤੀ, ਭਾਵ ਕਿ 22 ਸਿੱਖਾਂ ਨੂੰ ਵੱਖ-ਵੱਖ ਥਾਵਾਂ ਤੇ ਪ੍ਰਚਾਰਕ ਨਿਯੁਕਤ ਕੀਤਾ। ਔਰਤ ਨੂੰ ਸਮਾਜ ਵਿੱਚ ਹੋਰ ਮਾਣ ਸਤਿਕਾਰ ਬਖਸ਼ਦਿਆਂ 2 ਮੰਜੀਆਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਬੀਬੀਆਂ ਨੂੰ ਸੌਂਪੀ। चौथे पातशाह जी दे महल ते पंचम पातशाह श्री गुरु अर्जन देव जी दे माता बीबी भानी जी का नाम भी सिख इतिहास विच बड़े सत्कार नाल लिया जाता है। गुरबिलास पातशाही 6वीं विच साखी दर्ज है कि जब बाबा गुरदित्ता जी का जन्म होया तो माता गंगा जी ने असीस दिंदे हुए श्री गुरु हरगोबिंद साहिब जी नूं आख्या जोड़ी रले। ਤਾਂ ਉਸ ਵੇਲੇ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਆਖਿਆ ਕਿ ਜੇ ਅਸੀਸ ਦੇਣੀ ਹੈ ਤਾਂ ਇਹ ਦਿਓ, ਸੀਲ ਖਾਨ ਕੰਨਿਆ ਇੱਕ ਹੋਵੇ, ਨਹੀਂ ਤਾਂ ਤੋਮਾ ਗ੍ਰਹਿਸਥ ਵੀ ਹੋਵੇ। ਇਸ ਬਚਨ ਤੋਂ ਪਤਾ ਲੱਗਦਾ ਹੈ ਕਿ ਸਿੱਖ ਪਰਿਵਾਰਾਂ ਦੇ ਵਿੱਚ ਧੀ ਦਾ ਮਹੱਤਵ ਕੀ ਹੈ। ਜਿਸ ਘਰ ਵਿੱਚ ਧੀ, ਉਹ ਘਰ ਨਹੀਂ ਗਿਣਿਆ ਜਾਂਦਾ। ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ क्रांतिकारी इतिहास सिरजिया तो गुरु साहब ने जिथे हर मर्द नूं अपने नां पिछे सिंह भाव शेर लगाउण दी हदायत की, उथे औरत नूं भी कौर लिखण दी ताकीद करदियां विलखण पछाण बख्शी। कौर दा अर्थ देखिया जावे तां इस नूं राजे दे सब तो वड्डे पुत्र लई वरते जांदे शब्द कंवर तो लिया गया है। इस तो पता लगता है कि गुरु साहब ने औरत नूं सिख धर्म विच उस मर्द दे बराबर दा रुतबा दिता जो राजे दे बराबर उसका उत्तराधिकारी है अते जिस दा सारे सत्कार करते हैं। सिख धर्म की विशेष विलक्षणता इस गल विच भी है कि औरत नूं इज्जत सत्कार देण तो उपर उठ के उसनूं निडर ते बहादुर मन्निया गया है। ਜਦੋਂ ਔਰਤ ਨੂੰ ਕੁਲ ਆਲਮ ਨੇ ਕਮਜ਼ੋਰ ਤੇ ਅਬਲਾ ਕਿਹਾ ਤਾਂ ਉਸ ਸਮੇਂ ਗੁਰੂ ਜੀ ਨੇ ਚੰਡੀ ਦੀ ਵਾਰ ਲਿਖ ਕੇ ਔਰਤ ਦੀ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਪ੍ਰਸਿੱਧ ਵਿਦਵਾਨ ਸਰਦਾਰ ਬਿਕਰਮ ਸਿੰਘ ਘੁੰਮਣ ਲਿਖਦੇ ਹਨ ਕਿ ਚੰਡੀ ਦੀ ਵਾਰ ਵਿੱਚ ਇਸਤਰੀ ਨੂੰ ਨਾਇਕ ਦੇ ਰੂਪ ਵਿੱਚ ਲਿਆ ਗਿਆ ਹੈ। ਇਸ ਨਾਲ ਇਸਤਰੀ ਜਾਤੀ ਦਾ ਸਨਮਾਨ ਕੀਤਾ ਗਿਆ ਹੈ। ਮੱਧ ਕਾਲ ਵਿੱਚ ਇਸਤਰੀ ਜਾਤੀ ਪ੍ਰਤੀ ਨਫ਼ਰਤ ਪਾਈ ਜਾਂਦੀ ਸੀ। ਇਸ ਰਚਨਾ ਰਾਹੀਂ ਸੰਦੇਸ਼ ਦਿੱਤਾ ਗਿਆ ਹੈ ਕਿ ਦੁਰਗਾ ਵਾਂਗ ਬਾਕੀ ਇਸਤਰੀਆਂ ਵੀ ਜ਼ੁਲਮ ਤੇ ਜ਼ਾਲਮ ਦਾ ਬਹਾਦਰੀ ਨਾਲ ਮੁਕਾਬਲਾ ਕਰ ਸਕਦੀਆਂ ਹਨ। गुरु गोबिंद सिंह जी तो बाद माता सुंदरी जी ने कई वरे सिख कौम की अगवाई की। आप पहली इस्त्री सन जिन्हां ने खालसे नूं हुक्मनामे जारी करके लोड़ींदी रहनुमाई दी। तत् खालसे ते बंदई खालसे दे झगड़े नूं जिस सूझ नाल निपटा के आपने कौम नूं बचाया वो आप जी के हिस्से ही आया है। सिख इतिहास विच इस्त्री दे इस अनोखे रोल संबंधी चर्चा करदियां पुस्तक प्रसिद्ध सिख बीबियां दी करता सिमरन कौर लिखती है कि सिख इतिहास विच हर काम विच पहल करन वाली औरत है। जे पहला दीदार दौलतां दाई ने पाया तां पहली सिख बेबे नानकी सी। जे पहली विचारवान माता विराई सी तां गुरु बोलां नूं इतिहास दा रूप देण वाली रूप कौर सी। इतिहास नूं मोड़ा देण वाली पहली जरनैल देखिए तां माई भागो सी ते पहली दृढ़ चित औरत माई जिंदा सी। पहली शहीद माता गुजरी ते पहली सेवा पंथनी माता खीवी है। गल की हर खेतर विच सिख औरत ने अपनी छाप छड्डी ते सिख इतिहास पढ़न तो बाद कोई ये नहीं कह सकता कि औरत नीवी, माड़ी, अबला जां कदरहीन है। शायद इन्हां जिहियां अनेकां होर औरतां सदका ही अज औरत सिर ऊंचा करके तुर सकती है। किते कोई पाबंदी नहीं, किते कोई पर्दा नहीं। सिख इतिहास ते गुरमत विचों औरत का जो स्वरूप झलकदा है वो इस गल का प्रमाण है कि औरत उत्तम है ते केवल उत्तम। अज जदों असीं अरदास विच भी ये आखदे हां कि जिन्हां ਸਿੰਘਾਂ ਸਿੰਘਣੀਆਂ ने धर्म हेठ सीस दिते ਤਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਸਮਾਜ ਵਿੱਚ ਔਰਤ ਦਾ ਸਥਾਨ ਮਰਦ ਦੇ ਬਰਾਬਰ ਹੈ ਤੇ ਕਿਸੇ ਹੱਦ ਤੱਕ ਨਿਵੇਕਲਾ ਵੀ। ਗੁਰਬਾਣੀ ਵਿੱਚ ਮਤ ਮਾਤਾ ਪਿਤਾ ਸੰਤੋਖ ਕਹੇ ਜਾਣ ਦਾ ਭਾਵ ਵੀ ਅਜਿਹਾ ਹੀ ਹੈ ਕਿ ਸਿੱਖਿਆ ਦਾਤੀ ਕੇਵਲ ਮਾਂ ਹੀ ਹੈ, ਮਾਂ ਹੀ ਹੋ ਸਕਦੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਆਖਦਿਆਂ ਗੁਰੂ ਸਾਹਿਬ ਨੇ ਦੱਸਿਆ ਕਿ ਮਾਂ ਤਾਂ ਧਰਤ ਮਹਤ ਹੈ।
ਜਿਵੇਂ ਧਰਤੀ ਸੁਗਾਤਾਂ ਦਿੰਦੀ ਥੱਕਦੀ ਨਹੀਂ, ਖਿਵਾਸ਼ੀਲ ਹੈ, ਸਹਿਣਸ਼ੀਲ ਹੈ, ਉਸੇ ਤਰ੍ਹਾਂ ਹਰ ਮਾਂ ਕੋਲੋਂ ਵੀ ਇਹ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਔਰਤ ਦੀ ਅਸੀਸ ਵਿੱਚ ਜਿੱਥੇ ਭਾਵਨਾ ਹੈ ਉੱਥੇ ਭਾਵ ਵੀ ਹੈ। पूता माता की आसीस निमक न बिसरो तुमको हर हर सदा भजो जगदीश। गुरु अर्जन देव जी के शब्दों विच राग गुजरी विच माता भानी जी की इस आसीस की अज हर बच्चे नूं लोड़ है। सिख धर्म के इस मार्ग विच तां पराई औरत नूं भी सत्कार देण दी ताकीद है। भाई गुरदास जी लिखते हैं, देख पराइयां चंगियां मावां भैणां धीआं जाणे। इतिहास गवाह है कि मुगलों वालों जबरी चुकियां ते अबदाली वर्गे हमलावरां वालों बंदी बनाईयां औरतां नूं इन्हां जुरवाणियां दे चुंगल चों बचा के घरों घरी पहुंचाउण लई खालसे ने ही सिर धड़ दी बाजी लाई। अजोके समाज विच जदों कुड़ियां ते मुंडियां दी गिणती दा अनुपात विगड़ गया है तां असीं हुण जागे हां इस समाजिक बुराई नूं खत्म करन लई, औरत दी शख्सी आज़ादी नूं बचाउण लई। पर गुरमत ने तो 5 सदियां पहला ही औरत के बराबर बुनियादी हकों की राखी करदियां कन्या नूं मारना महापाप गर्दान दिता सी। ब्राह्मण कैली कात कंजका अणचाही का धान, फिटक फिटक कोड़ बदिया सदा सदा अभिमान। गुरमत विच कुड़ी मार नाल सांझ रखण दी मनाही है। एक रहतनामे दे आदेश तो स्पष्ट है, कुड़ी मार आदिक है जेते मानते दूर त्यागो देते। सिखां दी सर्व उच्च संस्था श्री अकाल तख्त साहिब तो भी इस कुरीति नूं खत्म करन संबंधी हुक्मनामा जारी कीता होया है। मुकदी गल, जो मान सत्कार औरत नूं सिख धर्म विच दिता गया है होर किधरे नहीं मिलदा। औरत दा इह सत्कार भरिया जीवन सिख कौम दी विरासत है, इतिहास है। विरसा आउण वालियां पीढ़ियां लई चानण मुनारे दा काम करदा है। जिहड़ियां कौमां अपना इतिहास नहीं संभालदियां अपने विरसे तो बेमुख हो जांदियां ने, पतन दे राह तुर पैंदियां ने। सो अज साडा फर्ज बनदा है कि असीं अपनी नौजवान पीढ़ी नूं अपने विरसे नाल जोड़ीए। गुरु काल सिख राज काल दियां इन्हां जिक्रयोग सिख बीबियां तो इलावा बहुत सारे नां हन जिन्हां सिख समाज सिख इतिहास की प्रगति ते विकास दे विच वडमुला योगदान पाया है। अज साडा देश आज़ाद है। संविधान ने आर्थिक समाजिक राजसी गल की हर खेतर विच मर्द के बराबर अधिकार औरत नूं दिते हन। अज भारत सैकुलर स्टेट है। हर धर्म दीआं औरतां ने ना सिर्फ मर्द के बराबर सगों उस तो भी वधेरे प्राप्तियां सदका अपने आप नूं 7 आसमानां दी हाणी बना लिया है। आर्थिक ते समाजिक खेतर विच सुतंत्र हुई औरत हुण मर्द दे पैर दी जुत्ती नहीं सगों उसदे सिर दा ताज है। पर फिर भी किधरे किधरे औरत नाल होंदी ज्यादती, उसदी रुलदी आबरू अज सानू सोचण ते मजबूर करदी है कि की असीं किहड़े विरसे दे मालक हां। जिहड़े हनेरियां विचों गुरु साहिबां दी बख्शिश सदका असीं निकले सां, अज फिर असीं उन्हां हनेरियां वल क्यों परत रहे हां। अजिहे समाजी सरोकारां ते फिकरां नूं सामने लियाउणा ही इन्हां विचार गोष्ठियां दा मुख मंतव है, क्योंकि हमेशा चिंता विचों ही चिंतन दा राह निकलदा है। विज्ञान पदार्थक सुखां दा विकास करदा है, नैतिक कदरां कीमतां दा संचार नहीं। जिंदगी नूं उच्चा सुच्चा ते जिउण जोगा बनाउण वाले नैतिक मुल हन जो सानू अपने सभ्याचार विरसे ते धर्म तो मिलते हैं। इत्थे मैं जिक्र करना चाहांगी चंडीगढ़ के प्रोफैसर पंडित राव त्रिनवर दा, जो कि आप करनाटका स्टेट तो हैं। पंजाबी दे डूंगे हितैषी हैं, पंजाबी दे प्राध्यापक हैं अते वो पंजाबी भाषा पंजाबी सभ्याचार पंजाबी साहित्य नाल प्यार करदे इस नूं उच्ची पद्धर ते सिर ते रखण वाला मनदे ने। क्यों मनदे ने? क्योंकि वो कहंदे ने ये वो अमीर विरासत है जिस नूं गुरबाणी ने ते गुरु साहिबां दे प्रभाव ने रूहानियत दे रंग विच रंगिया है। सिख धर्म तो प्रभावित होके उन्होंने अपनी बेटी का नाम माता खीवी जी तो प्रेरित होके खीवी रखा है। ते उसके जन्मदिन ते हर वरे जन्मदिन वाले दिन खीर का लंगर लगाते हैं। तो मैं इत्थे ये कहना चाहती हाँ कि जे माता खीवी जी उन्होंने रोल मॉडल हो सकते हैं तो साडे क्यों नहीं। सो गुरबाणी तो समुची
ਮਨੁੱਖਤਾ ਦੇ ਲਈ ਕਲਿਆਣਕਾਰੀ ਹੈ। ਜੇ ਅਸੀਂ ਗੁਰਮਤ ਦੇ ਧਾਰਨੀ ਹੋ ਕੇ ਇਸ ਮਾਰਗ ਤੇ ਚੱਲੀਏ ਤਾਂ ਸਾਡੀਆਂ ਬਹੁਤੀਆਂ ਸਮੱਸਿਆਵਾਂ ਤਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ। ਅੱਜ ਜਦ ਮਰਦ ਦੇ ਮੁਕਾਬਲੇ ਔਰਤ ਕਿਸੇ ਪੱਖੋਂ ਕਮਜ਼ੋਰ ਨਹੀਂ, ਨੀਵੀਂ ਨਹੀਂ, ਪਰਮਾਤਮਾ ਨੇ ਉਸ ਅੰਦਰ ਅਥਾਹ ਸ਼ਕਤੀ ਭਰੀ ਹੈ, ਉਹ ਕੁਝ ਵੀ ਕਰ ਸਕਦੀ ਹੈ, ਫਿਰ ਉਸ ਦਾ ਨਿਰਾਦਰ ਕਿਉਂ? ਅੱਜ ਮੀਡੀਆ, ਸਰਕਾਰੀ ਤੰਤਰ, ਗੈਰ ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਜਨ ਸਧਾਰਨ ਨੂੰ ਚੇਤਨ ਕਰਨ ਲਈ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਬੜੀ ਪ੍ਰਤੀਬੱਧਤਾ ਨਾਲ ਨਿਭਾ ਰਹੀਆਂ ਨੇ। ਤੇ ਅੱਜ ਅਸੀਂ ਵੀ ਗੁਰਮਤ ਦੇ ਸੰਦਰਭ ਵਿੱਚ ਆਪਣੇ ਬੱਚਿਆਂ ਨੂੰ ਔਰਤ ਮਰਦ ਦੀ ਬਰਾਬਰਤਾ ਦਾ ਅਹਿਸਾਸ ਕਰਵਾ ਕੇ ਇੱਕ ਦੂਜੇ ਦਾ ਸਨਮਾਨ ਕਰਨਾ ਸਿਖਾ ਦਈਏ ਤਾਂ ਇਹ ਸਾਡੀ ਵੱਡੀ ਪ੍ਰਾਪਤੀ ਹੋਏਗੀ। ਉਮੀਦ ਹੈ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਅਸੀਂ ਇਹਨਾਂ ਆਪਣੇ ਯਤਨਾਂ ਵਿੱਚ ਸਫਲ ਹੋਵਾਂਗੇ ਤੇ ਇਹ ਸਾਰਾ ਜ਼ਿੰਮੇਵਾਰੀ ਸਾਡੀ ਆਉਣ ਵਾਲੀ ਅਗਲੀ ਨੌਜਵਾਨ ਪੀੜ੍ਹੀ ਜਿਹੜੇ ਕਿ ਮੇਰੇ ਸਾਹਮਣੇ ਬੈਠੇ ਨੇ, ਇਹਨਾਂ ਨੂੰ ਮੈਂ ਕਹਾਂਗੀ ਕਿ ਤੁਸੀਂ ਆਪਣੇ ਵਿਰਸੇ ਨੂੰ ਨਾਲ ਲੈ ਕੇ ਤੁਰੋ, ਕਿਉਂਕਿ ਤੁਹਾਡੇ ਅੰਦਰ ਸੰਭਾਵਨਾ ਹੈ ਜਿਹੜੀ ਕੱਲ ਨੂੰ ਸਮਰੱਥਾ ਬਣਨੀ ਹੈ। ਤੁਸੀਂ ਉਹ ਬੂੰਦ ਹੋ ਜੋ ਸਾਗਰ ਬਣਨ ਦੀ ਸੰਭਾਵਨਾ ਰੱਖਦੀ ਹੈ। ਤੁਸੀਂ ਉਹ ਜ਼ਰਰਾ ਹੋ ਜੋ ਪਹਾੜ ਬਣਨ ਦੀ ਸੰਭਾਵਨਾ ਰੱਖਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਬੀਜ ਦੇ ਵਿੱਚ ਵਿਸ਼ਾਲ ਰੁੱਖ ਬਣਨ ਦੀ ਸੰਭਾਵਨਾ ਹੁੰਦੀ ਹੈ, ਤੁਸੀਂ ਦਰਿਆਵਾਂ ਦੇ ਵਹਿਣ ਬਦਲ ਸਕਦੇ ਹੋ ਤੇ ਕਿਸੇ ਵੀ ਦੇਸ਼ ਦੀ ਤਕਦੀਰ, ਕੌਮ ਦੀ ਤਕਦੀਰ ਨੂੰ ਘੜਨ ਵਾਲੇ, ਉਸ ਦੇ ਭਵਿੱਖ ਨੂੰ ਡੋਲਣ ਵਾਲੇ ਉਸ ਦੇ ਨੌਜਵਾਨ ਹੁੰਦੇ ਨੇ। ਸੋ ਤੁਸੀਂ ਉੱਠੋ, ਆਪਣੇ ਵਿਰਸੇ ਨੂੰ ਸੰਭਾਲੋ, ਇਸ ਨੂੰ ਨਾਲ ਲੈ ਕੇ ਚੱਲੋ ਤੇ ਅਖੀਰ ਗੁਰੂ ਦੇ ਮਹਾਕਵੀ ਰਵਿੰਦਰਨਾਥ ਟੈਗੋਰ ਦੀ ਇੱਕ ਕਵਿਤਾ ਦਾ ਜ਼ਿਕਰ ਕਰਕੇ ਆਪਣੀ ਗੱਲ ਨੂੰ ਸਮਾਪਤ ਕਰਾਂਗੀ। ਰਵਿੰਦਰਨਾਥ ਟੈਗੋਰ ਇੱਕ ਕਵਿਤਾ ਦੇ ਵਿੱਚ ਲਿਖਦੇ ਨੇ ਕਿ ਡੁੱਬਦੇ ਸੂਰਜ ਨੇ ਕਿਹਾ ਕੋਈ ਹੈ ਜੋ ਮੇਰੀ ਥਾਂ ਲੈ ਸਕੇ, ਤਾਂ ਟਿਮਟਿਮਾਉਂਦੇ ਦੀਵੇ ਨੇ ਕਿਹਾ ਮੈਂ ਕੋਸ਼ਿਸ਼ ਕਰਾਂਗਾ। ਸੋ ਮੇਰੇ ਸਾਹਮਣੇ ਬੈਠਿਆ ਸਾਡੇ ਦੇਸ਼ ਦਾ ਭਾਵੀ ਨਿਰਮਾਤਾ ਨੌਜਵਾਨ ਵਰਗ, ਉਹ ਟਿਮਟਿਮਾਉਂਦਾ ਦੀਵਾ ਹੈ ਜਿਸ ਨੇ ਸਾਡੇ ਚਮਕਦੇ ਸੂਰਜ, ਸਾਡੇ ਇਤਿਹਾਸ, ਸਾਡੇ ਵਿਰਸੇ ਤੋਂ ਸੇਧ ਲੈ ਕੇ ਆਉਣ ਵਾਲੀ ਕੌਮ ਨੂੰ, ਨਸਲ ਨੂੰ ਬਚਾਉਣਾ ਹੈ। ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਸਾਨੂੰ ਜਵਾਬ ਦੇਣਾ ਪਵੇ ਕਿ ਅਸੀਂ ਆਪਣੇ ਅਮੀਰ ਵਿਰਸੇ ਤੋਂ ਸੇਧ ਕਿਉਂ ਨਹੀਂ ਲਈ। ਧੰਨਵਾਦ।